सोहे महला चौथा। तू करता सब किछ आपे जानै, क्या तुद पै आख सुनाई है। बुरा भला तुद सब किछ सूझै, जेहा को करे तेहा को पाइयै। मेरे साहिब तू अंतर की विध जान, बुरा भला तुद सब किछ सूझै, तुद भावै तिवै बुलाए। रहाउ सब मोह माया शरीर हर कीया, विच देही मानुख भगत कराई। इक ना सतगुर मेल सुख देवै, इक मन मुख धंध पिटाई। सबको तेरा तू सबना का, मेरे करते तुद सबना सिर लिखिया लेख। जेही तू नदर करै तेहा को होवै, बिन नदरी नाही को भेख। तेरी वड्याई तू है जानै, सब तुदनो नित त्याए। जिसनो तुद भावै तिसनो तू मेलै, जन नानक सो थाए पाए। वाहिगुरु जी का खालसा, वाहिगुरु जी की फतेह। चबर छतर तख्त दे मालिक, दो जहानी वाली, लोक परलोक सहायक, शब्द अवतार सतगुरु गुरु ग्रंथ पातशाह जी की पावन पवित्र हजूरी अंदर शामां दे दीवान की हाज़री पर रहे सतसंगी जनों वडभागे हो। गुरुदेव जी की बाणी के प्रवाह निता प्रति रहरा साहब जी की बाणी इलाही बाणी के हर जस कीर्तन आप संगतां गुरु पावन दरबार अंदर घरां अंदर मनविरती नूं जोड़ के सरवण करके अपना जीवन सफला करन दा यतन कर रहे हो। वडभागे हो। इस पावन पवित्र स्थान ते जो लड़ीवार शब्द विचार श्री गुरु ग्रंथ साहिब चल रही है, उसका अगलीरा बंद आप संगतां दे समक्ष पढ़िया गया है। इस पावन शब्द की विचार गुरुदेव महाराज आप वरत के कृपा करके आप ही करवा लें। आओ इस पावन शब्द की विचार नाल जुड़ना करिए। एक बार सारे रसना नूं पवित्र करिए ताकि गुरुदेव के चरणों में हाजरी लग जाए। सतनाम वाहिगुरु, सतनाम वाहिगुरु, सतनाम, सतनाम वाहिगुरु। गुरुदेव महाराज राग सूहीए महला चौथा दी बाणी, चौथी पातशाही धन गुरु रामदास पातशाह जी के ये लड़ीबद्ध शब्द विचार चल रही। प्रकरण कल रोज असी 12वां शब्द इसे लड़ी का विचारना किया। अज 13वां शब्द विचारना है।
जिस दी आरंभता करते ने, तू करता सब किछ आपे जाने, क्या तुद पै आख सुनाई। बुरा भला तुद सब किछ सूझै, जेहा को करे तेहा को पाई। ਜਦੋਂ ਮਨੁੱਖ ਨੂੰ ਆਪਣੇ ਅੰਦਰ ਦੀ ਸੋਝੀ ਹੁੰਦੀ ਹੈ ਨਾ, ਤੇ ਉਸ ਨੂੰ ਰੱਬ ਜੀ ਦੀ ਹਰ ਬਰਕਤ, ਹਰ ਰਹਿਮਤ, ਹਰ ਬਖਸ਼ਿਸ਼ ਨਿਆਮਤ ਦਿਖਾਈ ਦਿੰਦੀ ਹੈ। ਕਿਉਂਕਿ ਜਦ ਤੱਕ ਮਨ ਗੁਰੂ ਦੀ ਸੰਗਤ ਨਹੀਂ ਕਰਦਾ, ਗੁਰੂ ਦੀ ਸੋਹਬਤ ਨਹੀਂ ਕਰਦਾ, ਉਸ ਮਨ ਨੂੰ ਉਹ ਚੀਜ਼ ਦੀ ਪਕੜ ਸੋਝੀ ਨਹੀਂ ਬਣਦੀ। ਹੁਣ ਗੁਰੂ ਮਹਾਰਾਜ ਸਾਨੂੰ ਇਹ ਗੱਲ ਸਮਝਾਉਂਦੇ ਨੇ, ਉਹ ਕਰਤਾ ਹੈ, ਇਸ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ। ਸ੍ਰਿਸ਼ਟੀ ਕੁਦਰਤ ਰੂਪ ਭਾਵੇਂ ਕੋਈ ਵੀ ਵਸਤੂ ਹੈ, ਇਸ ਸਰੀਰ ਦਾ ਕਰਤਾ ਵੀ ਉਹ ਵਾਹਿਗੁਰੂ ਹੈ। ਤੂੰ ਕਰਤਾ ਸਭ ਕੁਛ ਆਪੇ ਜਾਣੇ, ਤੂੰ ਸਾਰਾ ਕੁਛ ਸਾਡੇ ਬਾਰੇ ਜਾਣਦਾ। ਦੇਖੋ, ਜਿਵੇਂ ਕੱਲ੍ਹ ਵੀ ਸ਼ਾਇਦ ਜ਼ਿਕਰ ਕਰ ਰਿਹਾ ਸੀ ਵੀ ਜਿਹੜਾ ਕਿਸੇ ਚੀਜ਼ ਨੂੰ ਬਣਾਉਣ ਵਾਲਾ ਹੁੰਦਾ ਹੈ, ਉਹਨੂੰ ਸਾਰਾ ਉਸ ਚੀਜ਼ ਦਾ ਭੇਦ ਹੁੰਦਾ ਹੈ ਵੀ ਇਹ 'ਚ ਕੀ ਬਣਾਇਆ, ਕੀ ਪਾਇਆ, ਜਾਂ ਇਹਦੇ 'ਚ ਕੀ ਖਰਾਬੀ ਹੈ ਜਾਂ ਕੀ ਖਰਾਬੀ ਹੋ ਸਕਦੀ। ਪਰ ਜਿਹੜਾ ਸਰੀਰ ਹੈ ਨਾ, ਇਹ ਸਰੀਰ ਉਸ ਵਾਹਿਗੁਰੂ ਨੇ ਸਿਰਜਿਆ ਹੈ। ਇਹਦੇ ਹਰ ਇੱਕ ਢਾਂਚੇ ਦੀ ਜਿਹੜੀ ਸਟਰਕਚਰ ਹੈ, ਇਸ ਦੀ ਜਿਹੜੀ ਬਣਤਰ ਹੈ, ਉਹ ਪ੍ਰਮਾਤਮਾ ਸਭ ਜਾਣਦਾ ਹੈ। ਹੁਣ ਗੁਰੂ ਬਾਬਾ ਜੀ ਕਹਿੰਦੇ ਇਹ ਤਾਂ ਸਰੀਰ ਜਿਹੜਾ ਹੈ ਇਹ ਇੱਕ ਵਹੀਕਲ ਮਿਲਿਆ, ਜਿਸ ਨੂੰ ਮਿਲਿਆ ਉਹਨੇ ਇਹਦੇ ਵਿੱਚ ਆ ਕੇ ਕਾਰਜ ਕਰਨਾ ਸ਼ੁਰੂ ਕਰ ਦਿੱਤਾ। ਤੂੰ ਕਰਤਾ ਹੈ ਵਾਹਿਗੁਰੂ ਜੀ, ਤੂੰ ਇਸ ਸ੍ਰਿਸ਼ਟੀ ਨੂੰ, ਇਸ ਸਰੀਰ ਨੂੰ, ਇਸ ਮਨ ਨੂੰ ਸਿਰਜਣ ਵਾਲਾ ਹੈ। ਸਭ ਕੁਛ ਆਪੇ ਜਾਣਦਾ, ਤੂੰ ਸਾਰਾ ਕੁਛ ਹੀ ਜਾਣਦਾ। ਤੇ ਤੈਨੂੰ ਅਸੀਂ ਕੀ ਦਸੀਏ। ਜਿਵੇਂ ਕੋਈ ਸਿਆਣੇ ਕੋਲੇ ਕੋਈ ਬੱਚਾ ਆਪਣੇ ਅਕਲ ਦੇ ਪਰਦੇ ਫੋਲੇ ਤੇ ਸਿਆਣਾ ਮਾਂ ਬਾਪ ਬਜ਼ੁਰਗ ਕਹਿ ਦਿੰਦਾ, ਤੂੰ ਮੈਨੂੰ ਕੀ ਦੱਸਦਾ, ਮੈਨੂੰ ਸਾਰਾ ਹੀ ਪਤਾ ਹੈ। ਫਿਰ ਅਸੀਂ ਉਹਨਾਂ ਮੂਹਰੇ ਇੰਝ ਲੱਗਦਾ ਹੈ ਵੀ ਇਹ ਜਿਹੜਾ ਕੁਝ ਇਹਨੂੰ ਪਤਾ ਹੈ, ਸਾਰਾ ਕੁਝ ਪਤਾ, ਮੈਨੂੰ ਤਾਂ ਕੱਖ ਨਹੀਂ ਪਤਾ ਨਾ। ਇਹ ਨਿਮਰਤਾ ਦਾ ਪ੍ਰਤੀਕ ਹੈ। ਹੁਣ ਜਿੱਥੇ ਬੰਦੇ ਨੂੰ ਇਹ ਸੋਝੀ ਪੈਂਦੀ ਹੈ ਵੀ ਸਾਰਾ ਕੁਝ ਗੁਰੂ ਜਾਣਦਾ ਹੈ, ਮੇਰੇ ਅੰਦਰਲੇ ਬਾਹਰ, ਮੈਂ ਉਹਦੇ ਕੋਲੇ ਆ ਕੇ ਕੋਈ ਸੁਣਾਵਾਂ ਆਪਣੀ, ਉਹ ਕਹੇਗਾ ਨਹੀਂ ਨਹੀਂ, ਮੈਂ ਤੇਰੇ ਅੰਦਰ ਦੇ ਬਾਹਰ ਦੀ ਸਾਰੀ ਅਵਸਥਾ ਜਾਣਦਾ। ਜਾਂ ਇੰਝ ਕਹਿ ਲਓ, ਹੋਰ ਮੰਨ ਲਓ ਕਿਸੇ ਬੰਦੇ ਨੂੰ ਕਾਰ ਚਲਾਉਣੀ ਆਉਂਦੀ ਹੋਵੇ ਤੇ ਉਹਨੂੰ ਕੋਈ ਪੁੱਛੇ ਵੀ ਕਾਰ ਬਾਰੇ ਦੱਸੇ, ਇੰਝ ਚਲਾਈਦੀ ਹੈ, ਇੰਝ, ਉਹ ਕਹੂਗਾ ਨਹੀਂ ਮੈਨੂੰ ਪਤਾ ਹੈ, ਪਹਿਲਾਂ ਹੀ ਪਤਾ ਮੈਨੂੰ ਕਿਵੇਂ ਚਲਾਈਦੀ। ਗੁਰੂ ਸਾਡੀ ਅੰਦਰੂਨੀ ਤੇ ਬਹਿਰੂਨੀ ਹਾਲਤ ਨੂੰ ਜਾਣਦਾ ਹੈ। ਕਿਉਂ ਜਾਣਦਾ ਹੈ? ਕਿਉਂਕਿ ਉਹ ਕਰਤਾ ਹੈ, ਇਹਨੂੰ ਬਣਾਉਣ ਵਾਲਾ ਹੈ। ਅਸੀਂ ਰੋਜ਼ ਚੌਪਈ ਸਾਹਿਬ ਪੜ੍ਹਦੇ ਹਾਂ ਕਿ ਉਹ ਮਹਾਰਾਜ ਕਹਿੰਦੇ ਘਟ ਘਟ ਕੇ ਅੰਤਰ ਕੀ ਜਾਣਤ, ਘਟ ਘਟ ਕੇ ਇਸ ਸਰੀਰ ਰੂਪੀ ਘਟ ਘਟ ਦੇ ਅੰਦਰ ਦੀ ਉਹ ਜਾਣਨ ਵਾਲਾ ਹੈ। ਘਟ ਘਟ ਕੇ ਅੰਤਰ ਕੀ ਜਾਣਤ ਨਾਲ ਇਹ ਵੀ ਲਿਖ ਦਿੱਤਾ, ਫਿਰ ਉਹਦੇ ਅੰਦਰ ਚਾਹੇ ਕੋਈ ਭਲਾ ਹੈ ਤੇ ਚਾਹੇ ਕੋਈ ਬੁਰਾ ਹੈ। ਭਲੇ ਬੁਰੇ ਕੀ ਪੀਰ ਪਛਾਨਤ, ਜਿਹੜੀ ਅੰਦਰਲੀ ਉਹਦੀ ਕੰਡੀਸ਼ਨ ਹੈ, ਉਹਦੇ ਅੰਦਰ ਚਾਹੇ ਉਹ ਭਲਾ ਹੈ ਬੰਦਾ, ਚਾਹੇ ਬੁਰਾ ਹੈ, ਇਹ ਡਿਫਰੈਂਟ ਗੱਲ ਹੈ। ਇਹ ਆਪੋ ਆਪਣੇ ਹਰ ਇੱਕ ਮਨੁੱਖ ਦੀ ਕਾਰ ਕਿਰਤ ਕੰਮ ਨਹੀਂ, ਉਹਦੀ ਅੰਦਰਲੀ ਜਿਹੜੀ ਖੇਡ ਹੈ ਉਹਨੂੰ ਪਤਾ ਹੈ। ਪਰ ਜਿਹੜਾ ਤੇਰਾ ਅੰਦਰ, ਉਹ ਚਾਹੇ ਕਰਮ ਮਾੜੇ ਨੇ ਭਾਵੇਂ ਚੰਗੇ ਨੇ, ਪਰ ਤੇਰੀ ਜਿਹੜੀ ਪਿਕਚਰ ਅਮੇਜ਼ਿੰਗ ਹੈ ਉਹ ਵਾਹਿਗੁਰੂ ਜਾਣਦਾ। ਇਹਨੂੰ ਇੰਝ ਪੜ੍ਹ ਲਿਆ ਜਾਵੇ, ਬਿਨ ਬੋਲਿਆ ਸਭ ਕਿਛ ਜਾਣਦਾ। ਕਹਿੰਦੇ ਉਹ ਤਾਂ ਬਿਨਾਂ ਬੋਲੇ ਸਭ ਕੁਝ ਜਾਣਦਾ। ਕਿਸ ਅੱਗੇ ਚੇਰਦਾ ਕਿਹਨੂੰ ਦੱਸ ਰਿਹਾ? ਉਹਨੂੰ ਛੱਡ ਕੇ ਕਿਸੇ ਹੋਰ ਨੂੰ ਕੀ ਬਿਆਨ ਕਰੀ? ਉਹ ਤਾਂ ਸਾਰਾ ਕੁਝ ਜਾਣਦਾ ਹੈ। ਮਹਾਰਾਜ ਕਹਿੰਦੇ ਤੇਰੇ ਅੰਦਰਲੀ ਹਾਲਤ, ਤੂੰ ਕਰਤਾ ਸਭ ਕੁਛ ਆਪੇ ਜਾਣੇ, ਕਿਆ ਤੁਧ ਪੈ ਆਖ ਸੁਣਾਈਏ। ਅੱਗੇ ਲਿਖਿਆ ਬੁਰਾ ਭਲਾ ਤੁਧ ਸਭ ਕੁਛ ਸੂਝੇ। ਭਾਵੇਂ ਬੁਰਾ ਹੈ ਤੇ ਭਾਵੇਂ ਭਲਾ ਹੈ, ਇਹ ਸਭ ਕੁਝ ਜਿਹੜਾ ਹੈ ਮਹਾਰਾਜ ਕਹਿੰਦੇ ਤੈਨੂੰ ਪਤਾ ਹੈ, ਸੂਝੇ। ਸੂਝੇ, ਤੂੰ ਇਸ ਬਾਰੇ ਸੁਜਾਨ ਹੈ, ਤੂੰ ਇਸ ਬਾਰੇ ਜਾਣਦਾ ਹੈ, ਭਾਵੇਂ ਬੁਰਾ ਤੇ ਭਾਵੇਂ ਭਲਾ। ਮਹਾਰਾਜ ਕਹਿੰਦੇ
सब के सूझे तुद भावै तिवें बुलावे। दो ही शब्द, दो ही पंक्तियां सेम, लिखण विच भी ते बोलण विच भी सेम ने। महाराज कहते बुरा भला तुद सब कुछ सूझे, जेहा को करे तेहा को पाए। अगे लिखिया बुरा भला तुद सब कुछ सूझे, तुद भावे तिवें बुलावे। बुरे भले की हालत साडी वो असल विच जानदा, चाहे कैसे भी होई। हुण ये आपो अपने महाराज कहते जेहा को करे तेहा को पाई। हुण आ मेन है सारी खेड, इस दे मुताबिक ही साडा सारा कुछ चलदा। जिवें हुण जिहो जे बंदे दे कीते होए कर्म ने ना, उहनूं उहो जिहा ही प्राप्त हुंदा है। हुण इहनूं एक होर पंक्ति पढ़ लो, जिवें असीं कई वारी माझ जिहड़ा महला पंजवां 12वां पढ़दे हां, ਉਹਦੀ शुरुआत ਵਿੱਚ ਹੀ गुरु ने ਕਿਹਾ ਸੀ किरत करम के बिछोड़े कर कृपा मेलो राम। ਅਸੀਂ ਆਪਣੇ ਕੀਤੇ ਹੋਏ ਕਰਮਾਂ ਕਰਕੇ ਤੇਰੇ ਤੋਂ ਵਿਛੜੇ। ਇਹਦਾ ਮਤਲਬ ਕੀਤੇ ਹੋਏ ਕਰਮਾਂ ਦਾ ਹੀ ਸਾਰਾ ਇਹ ਨਿਤਾਰਾ ਹੈ। ਹੁਣ ਜਿਹਾ ਕੋ ਮਹਾਰਾਜ ਕਹਿੰਦੇ ਕਰੇ ਤੇਹਾ ਕੋ ਪਾਈਏ, ਜਿਹੋ ਜਿਹੇ ਤੇਰੇ ਕੀਤੇ ਨੇ ਤੈਨੂੰ ਉਹ ਜਿਹੇ ਮਿਲ ਜਾਣ, ਜੋ ਤੂੰ ਕਰ ਰਿਹਾ ਹੈ ਤੈਨੂੰ ਮਿਲ ਜਾਣ, ਭਾਵੇਂ ਉਹ ਬੁਰਾ ਹੈ ਤੇ ਭਾਵੇਂ ਉਹ ਜਾਣਦਾ ਸਾਰਾ ਕੁਝ ਹੀ ਹੈ, ਨੋ ਡਾਊਟ। ਉਹਨੂੰ ਬੁਰਿਆਂ ਨਾਲ ਵੀ ਪਿਆਰ ਹੈ, ਉਹਨੂੰ ਚੰਗਿਆਂ ਨਾਲ ਵੀ ਪਿਆਰ ਹੈ। ਇਹ ਸੰਸਾਰ ਜਿਹੜਾ ਕਰਮਾਂ ਸੰਦੜਾ ਖੇਤ ਹੈ, ਜਿਹਾ ਬੀਜੇ ਸੋ ਲੁਣਾ ਹੈ। ਇਹ ਜਿਹੜੇ ਬੀਜ ਬੀਜੇਗਾ ਮਨੁੱਖ, ਜਿਹੋ ਜਿਹੇ ਬੀਜੇਗਾ ਉਹਦੇ ਹਿੱਸੇ ਵਿੱਚ ਉਹੀ ਆਉਣੇ ਨੇ। ਉਹ ਇਹ ਨਹੀਂ ਕਹਿ ਸਕਦਾ। ਅਸੀਂ ਬਹੁਤ ਵਾਰ ਕਹਿੰਦੇ ਜੀ ਰੱਬ ਨੇ ਪਤਾ ਨਹੀਂ ਕਿਹੋ ਜਿਹੇ ਲੇਖ ਲਿਖੇ ਨੇ। ਮਹਾਰਾਜ ਕਹਿੰਦੇ ਇਹ ਰੱਬ ਨੇ ਨਹੀਂ ਲਿਖੇ, ਇਹ ਤੇਰੇ ਆਪਣੇ ਕਮਾਏ ਹੋਏ ਨੇ। ਜਿਹੜੇ ਤੂੰ ਕਮਾਏ ਉਹ ਤੇਰੇ ਅੱਗੇ ਆ ਗਏ। ਹੁਣ ਤਸਵੀਰ ਤੇਰੀ ਆਪਣੀ ਹੈ, ਉਹ ਰੱਬ ਜੀ ਜਾਣਦਾ ਹੈ, ਰੱਬ ਦਾ ਹੁਕਮ ਹੈ। ਇਹ ਤੇਰੇ ਤੇ ਨਜ਼ਰ ਹੈ ਵੀ ਆਹ ਕਰਮ ਤੇ ਕਰਨੇ ਨੇ, ਕਰਨੇ ਨਹੀਂ। ਕਿਉਂ ਕਰਨੇ ਨੇ? ਕਿਉਂਕਿ ਤੇਰੇ ਆਪਣੇ ਕਮਾਏ ਹੋਏ ਨੇ, ਉਹਨਾਂ ਮੁਤਾਬਕ ਤੂੰ ਕਰਦਾ ਹੈ। ਇਹਨੂੰ ਹੋਰ ਸਮਝ ਲਓ, ਬੰਦੇ ਦੀ ਇੱਛਾ ਐਸੀ ਹੁੰਦੀ ਹੈ, ਜਿਵੇਂ ਕਈ ਵਾਰੀ ਅਸੀਂ ਪੜ੍ਹਦੇ ਸੁਣਦੇ ਹਾਂ ਵੀ ਜਿਵੇਂ ਕਿਸੇ ਨੇ ਕੀਤਾ ਉਹਨੂੰ ਉਹ ਜਿਹਾ ਪ੍ਰਾਪਤ ਹੋ ਜਾਂਦਾ। ਭਗਤ ਤ੍ਰਿਲੋਚਨ ਜੀ ਦਾ ਸ਼ਬਦ ਹੈ, ਤੁਸੀਂ ਕਈ ਵਾਰੀ ਪੜ੍ਹਿਆ ਸੁਣਿਆ ਹੋਣਾ। ਉਹ ਕਹਿੰਦੇ अंत काल जो लक्ष्मी सिमरै, ऐसी चिंता में जे मरै। फिर कहते सर्प जोन वल वल अवतरै, रिबाई गोविंद मत बिसरै। रब ना तेनू कदे भुले, वाहिगुरु ना कदे भुले। जे वो भुल गया, तेरी इच्छा इस चीज़ ते टिक गई, लक्ष्मी ते टिक गई, माया ते टिक गई, अंत तक एटलीस्ट तक तेरे सवासा नूं तू सारी जिंदगी इसे ते ही लगा दिता। तो फिर अंत की है तेरा? अंत काल जे तू आई सिमरेगा तो तेरा नितारा ये होगा कि तू सर्प जोन मिल जाए। अंत काल जो स्त्री सिमरै, सारी जिंदगी महाराज कहते इस काम वासना विच ही गुजार दी, अंत वेले भी। तो फिर की होया? फिर कहते ने ਉਹਦੀ ਜਿਹੜੀ ਅਵਸਥਾ ਹੈ ਬੇਸਵਾ ਦੀ ਜ਼ੋਨ ਵਿੱਚ ਚਲਿਆ ਗਿਆ। ਤੇ ਅੰਤ ਕਾਲ ਜੇ ਕਿਸੇ ਨੇ ਲੜਕਾ ਸਿਮਰੈ, ਐਸੀ ਚਿੰਤਾ में ਜੇ ਕੋ ਮਰ। ਜੇ ਇਹੋ ਜਿਹੀ ਚਿੰਤਾ ਮਰਦਾ ਹੈ ਬੱਚਿਆਂ ਦੇ ਪੁੱਤਰਾਂ ਦੇ ਜਿਹੜੇ ਮੋਹ ਦੇ ਵਿੱਚ ਹੀ, ਕਹਿੰਦੇ ਉਹਦੇ ਵਾਸਤੇ ਲਿਖਿਆ ਸੂਰ ਦੀ ਜੂਨੀ ਬਣ ਜਾਂਦਾ। ਅੰਤ ਕਾਲ ਜਿਹੜਾ ਕੋਈ ਮੰਦਰਾਂ ਨੂੰ ਦੇਖਦਾ ਹੈ, ਘਰਾਂ ਨੂੰ ਦੇਖਦਾ ਹੈ, ਮਹਿਲ ਮਾੜੀਆਂ ਵਿੱਚ ਹੀ ਸੁਰਤ ਰਹਿ ਜਾਂਦੀ ਆ, ਤੇ ਉਹ ਪ੍ਰੇਤ ਜੋਨ ਦੀ ਹੈ। ਹੁਣ ਇਹ ਕੀ ਹੈ? ਜਿਹੋ ਜੀ ਕਿਸੇ ਦੀ ਇੱਛਾ ਵਾਸ਼ਨਾ ਕਾਮਨਾ ਹੈ, ਐਟ ਲੀਸਟ ਤੱਕ ਐਂਡ ਤੱਕ ਬੰਦਾ, ਕਿਉਂਕਿ ਇਹ ਸੁਭਾਅ ਬਣਿਆ ਹੁੰਦਾ ਹੈ, ਉੱਥੇ ਫਿਰ ਸੁਰਤੀ ਘੁੰਮਦੀ ਰਹਿੰਦੀ ਹੈ। ਮਹਾਰਾਜ ਕਹਿੰਦੇ ਜਿਹਾ ਕੋ ਕਰੇ ਤਿਹਾ ਕੋ ਪਾਏ। ਹੁਣ ਜਿਹੋ ਜਿਹਾ ਦੇਖੋ ਨਾ, ਕਿਸੇ ਬੰਦੇ ਨੇ ਖੇਤ ਦੇ ਵਿੱਚ ਬੀਜਿਆ ਕੁਝ ਹੋਰ ਹੈ ਤੇ ਵੱਢਣ ਦੀ ਕੋਈ ਇੱਛਾ ਹੋ ਰੱਖੇ, ਕਿਵੇਂ ਹੋ ਸਕਦਾ ਹੈ? ਬੀਜੇ ਬਿਖ ਮੰਗੇ ਅੰਮ੍ਰਿਤ, ਵੇਖੋ ਇਹ ਨਿਆ ਕੈਸਾ ਨਿਆ ਹੈ। ਜਿਹੜਾ ਕੁਝ ਬੀਜਿਆ ਹੈ ਵੱਢਣਾ ਉਹੀ ਪੈਣਾ ਹੈ। ਇਹ ਸਾਡੇ ਗਿਆਨ ਇੰਦਰੀ, ਕਰਮ ਇੰਦਰੀ, ਇੰਪਲੀਮੈਂਟਸ ਜਿਹੜੇ ਸਾਡੇ ਨੇ, ਅੱਖ ਨੱਕ ਜਿਹੜੇ ਮੂੰਹ, ਇਹਨਾਂ ਨਾਲ ਅਸੀਂ ਬੀਜ ਰਹੇ ਹਾਂ। ਇਹਦੇ ਵਿੱਚ ਜਿਹੜਾ ਕੁਝ ਇਹਦੇ ਵਿੱਚ ਫਿਰ ਬੀਜਦੇ ਆ ਸਰੀਰ ਰੂਪੀ ਖੇਤੀ ਦੇ ਵਿੱਚ, ਫਿਰ ਉਹੀ ਫਲੇਗਾ ਨਾ।
ਜਿਹੋ ਜਿਹੇ ਕਰਮ ਕੋਈ ਕਰੇਗਾ। ਹੁਣ ਦੇਖੋ, ਜਿਹੜਾ ਕੋਈ ਜ਼ਬਾਨ ਤੋਂ ਬੋਲਦਾ ਹੈ, ਉਹਨੂੰ ਬਾਬੇ ਨੇ ਕਿਹਾ ਸੀ, ਨਾਨਕ ਫਿੱਕਾ ਬੋਲੇ ਤਨ ਮਨ ਫਿੱਕਾ ਹੋਏ। ਹੁਣ ਜ਼ਬਾਨ ਤੋਂ ਤਾਂ ਫਿੱਕੇ ਬੋਲ ਬੋਲਦਾ ਹੈ, ਤੇ ਫਿਰ ਬੀਜਿਆ ਕੀ ਜਾਣਾ? ਤੇ ਉਹ ਜਿਹੀ ਉਹਦਾ ਸਤਿਕਾਰ ਹੋਏਗਾ ਨਾ, ਉਹ ਜਿਹਾ ਕੁਝ ਉਹਨੂੰ ਮਿਲੇਗਾ ਨਾ। ਮਹਾਰਾਜ ਕਹਿੰਦੇ ਕਰਦਾ ਚੋਰੀਆਂ, ਤੇ ਫਿਰ ਕਿਉਂ ਚੋਰ ਕਿਹਾ ਮੈਂ ਭਰੇ ਨਾ ਕੋਈ। ਫਿਰ ਉਹ ਇਹ ਕਿ ਜਿਹੋ ਜਿਹੇ ਕਰਮ ਨੇ, ਮਨ ਹਾਲੀ ਕਿਰਸਾਣੀ ਕਰਨੇ ਸ਼ਰਮ ਪਾਣੀ ਤਨ ਕੇਤ, ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਇਹ ਮਨ ਰੂਪੀ ਹਾਲੀ ਏ, ਸਰੀਰ ਰੂਪੀ ਖੇਤ ਦੇ ਵਿੱਚ ਜਿਹੋ ਜਿਹੇ ਬੰਦਾ ਬੀਜ ਬੀਜਦਾ, ਉਹ ਜਿਹੇ ਉਹਨੂੰ ਵੱਢਣੇ ਪੈਣੇ, ਚੰਗੇ ਨੇ ਮਾੜੇ ਨੇ। ਜਿਹੋ ਜਿਹੇ ਬੀਜੇਗਾ ਉਹ ਜਿਹੀ ਹੈ, ਜਿਹਾ ਬੀਜੇ ਤਿਹਾ ਲੋਣੇ। ਤਾਂ ਗੁਰੂ ਬਾਬਾ ਜੀ ਕਹਿੰਦੇ ਇਹ ਕਿਸੇ ਦੇ ਨਹੀਂ, ਬੁਰਾ ਭਲਾ ਤੁਧ ਸਭ ਕੁਝ ਸੂਝੇ, ਜਾਣਦਾ ਸਭ ਕੁਝ ਰੱਬ, ਪਰ ਤੇਰੇ ਕੀਤਿਆਂ ਮੁਤਾਬਕ ਤੈਨੂੰ ਮਿਲਦਾ ਹੈ। ਗੁਰੂ ਮਹਾਰਾਜ ਕਹਿੰਦੇ ਇਹ ਤੇਰੇ ਆਪਣੇ ਕੀਤੇ ਹੋਏ ਕਰਮ ਨੇ। ਤੁਸੀਂ ਦੇਖ ਰਹੇ ਹੋ ਹੁਣ ਕੈਸੀ ਇੱਕ ਹਵਾ ਜਿਹੜੀ ਚੱਲੀ ਹੈ ਪੂਰੇ ਵਰਲਡ ਗਲੋਬਲ ਦੇ ਵਿੱਚ। ਬੜੇ ਲੋਕਾਂ ਨੇ ਇਸ ਟੌਪਿਕ 'ਤੇ ਕਿਹਾ ਵੀ ਫਲਾਣੇ ਦੇਸ਼ ਦੇ ਵਿੱਚ ਫਲਾਣੇ ਲੋਕਾਂ ਨੇ ਬੜੇ ਪਾਪ ਕੀਤੇ, ਤਾਂ ਜੀ ਉਹਨਾਂ ਦਾ ਲੇਖਾ ਹੈ। ਜਾਨਵਰਾਂ ਨੂੰ ਤਲ ਤਲ ਕੇ ਖਾਇਆ ਗਿਆ, ਜਿਉਂਦਿਆਂ ਨੂੰ ਮਾਰਿਆ ਗਿਆ, ਕਿੰਨਾ ਕੁਝ ਲੋਕਾਂ ਨੇ। ਦੇਖੋ ਉਹ ਹਰ ਇੱਕ ਮੁਲਕ ਦੇ ਵਿੱਚ। ਅਤੇ ਜੇ ਦੂਸਰੇ ਪਾਸੇ ਦੇਖਿਆ ਬਥੇਰੇ ਹਰ ਇੱਕ ਜਗ੍ਹਾ 'ਤੇ ਪਾਪ ਹੋਇਆ। ਧੀਆਂ ਨੂੰ ਕੁੱਖਾਂ 'ਚ ਮਾਰਿਆ ਜਾਂਦਾ, ਇਹ ਕੋਈ ਪਾਪ ਨਹੀਂ? ਇਹ ਵੀ ਤਾਂ ਪਾਪ ਹੀ ਹੈ ਨਾ। ਹੁਣ ਇਹ ਜਿਹੜੇ ਕਰਮ ਨੇ, ਜਿਹੜੇ ਜਿੱਥੇ ਜਿੱਥੇ ਕੋਈ ਬੀਜੇ ਹੋਏ ਨੇ, ਅਤੇ ਉਹਨਾਂ ਦਾ ਫਲ ਵੀ ਤਾਂ ਬਣਦੇ ਨੇ। ਗੁਰਬਾਣੀ ਕਹਿ ਰਹੀ ਹੈ, ਜਿਹਾ ਬੀਜੇ ਤਿਹਾ ਲੋਣੇ। ਬੰਦਿਆ, ਜਿਉਂ ਜੇ ਤੂੰ ਕਰਮ ਕਰਦਾ ਹੈ, ਬੀਜ ਬੀਜਦਾ ਹੈ, ਤੈਨੂੰ ਉਹੋ ਜਿਹੇ ਹੀ ਵੱਢਣੇ ਪੈਣੇ ਨੇ, ਭਾਵੇਂ ਉਹ ਬੁਰੇ ਨੇ ਤੇ ਭਾਵੇਂ ਭਲੇ ਨੇ। ਹਾਂ, ਚੰਗੇ ਬੀਜ ਬੀਜੇਗਾ ਤੇ ਚੰਗੇ ਨੇ, ਚੰਗਿਆਈਆਂ ਨੇ, ਤੇ ਜੇ ਮਾੜੇ ਨੇ ਤੇ ਮਾੜੇ ਨੇ। ਤੇ ਮਹਾਰਾਜ ਕਹਿੰਦੇ ਬੁਰਾ ਭਲਾ ਤੁਧ ਸਭ ਕੁਝ ਸੂਝੇ, ਤੁਧ ਭਾਵੇ ਤਿਵੇਂ ਬੁਲਾਵੇ ਰਹਾਓ। ਮਹਾਰਾਜ ਕਹਿੰਦੇ ਇਹ ਤੇਰੀ ਦੋਨਾਂ ਅਵਸਥਾ ਦੇ ਵਿੱਚ ਹੈ। ਮੇਰੇ ਸਾਹਿਬ ਤੂੰ ਅੰਤਰ ਕੀ ਬਿਦ ਜਾਣੇ। ਇਹ ਮੇਰੇ ਸਾਹਿਬਾ, ਤੂੰ ਮੇਰੇ ਅੰਦਰਲੀ ਵਿਧੀ ਨੂੰ ਸਾਰੀ ਨੂੰ ਜਾਣਦਾ ਹੈ, ਮੇਰੀ ਅੰਦਰਲੀ ਖੇਡ ਨੂੰ ਸਾਰੀ ਨੂੰ ਜਾਣਦਾ। ਜਿਹੜਾ ਮੇਰੇ ਅੰਦਰ, ਬਾਹਰਲਾ ਤਾਂ ਬੰਦਾ ਕਹਿੰਦਾ ਵੀ ਬੜਾ ਪੁਰਾਣਾ ਬਹੁਤ ਭਲਾ ਬੰਦਾ ਹੈ, ਬਾਹਰਲੇ ਕਾਰਜ ਤੁਸੀਂ ਦੇਖ ਲੈ, ਪਰ ਅੰਦਰ ਕੀ ਹੈ? ਗੁਰੂ ਸਾਡੇ ਅੰਦਰ ਦੀ ਜਾਣਦਾ ਹੈ। ਘਟ ਘਟ ਕੇ ਅੰਤਰ ਕੀ ਜਾਣਦਾ, ਇੰਟਰਨਲ ਕੀ ਇਹਦੇ ਵਾਪਰ ਰਿਹਾ ਹੈ, ਸਾਡੇ ਅੰਦਰ ਕੀ ਆ। ਜਿਸ ਬੰਦੇ ਨੂੰ ਇਸ ਗੱਲ ਦੀ ਸੋਝੀ ਪੈ ਜਾਂਦੀ ਹੈ, ਫਿਰ ਉਹ ਗੁਰੂ ਕੋਲੇ ਆ ਕੇ ਇਹ ਗੱਲ ਨਹੀਂ ਕਹਿੰਦਾ ਵੀ ਮੈਂ ਬੜਾ ਚੰਗਾ। ਉਹ ਕਹਿੰਦਾ ਨਹੀਂ, ਉਹ ਕਹਿੰਦਾ ਮੈਂ ਚੰਗਾ ਚਾਹੇ ਮਾੜਾ, ਮੈਂ ਤੇਰਾ। ਮਹਾਰਾਜ ਕਹਿੰਦੇ ਪ੍ਰਭ ਜੀਓ ਖਸਮਾਂ ਨਾ ਕਰ ਪਿਆਰੇ, ਬੁਰੇ ਭਲੇ ਹਮ ਥਾਰੇ। ਭਾਵੇਂ ਬੁਰੇ ਹਾਂ ਭਾਵੇਂ ਚੰਗੇ ਹਾਂ, ਅਸੀਂ ਤੇਰੇ ਹਾਂ। ਉੱਥੇ ਆ ਕੇ ਉਹ ਆ ਕੇ ਬਿੱਧ ਨੂੰ ਸੁਣਾਉਂਦਾ ਨਹੀਂ ਵੀ, ਇਹ ਨਹੀਂ ਕਹਿੰਦਾ ਮੈਂ ਬੜਾ ਚੰਗਾ, ਮੈਂ ਆਹ ਕਰਦਾ। ਉਹ ਕਹਿੰਦਾ ਮੈਂ ਤੇਰੇ ਅੰਦਰਲੀ ਸਾਰੀ ਸਥਿਤੀ ਨੂੰ ਜਾਣਦਾ। ਪਰ ਜੇ ਉਹਨੂੰ ਪਤਾ ਵੀ ਮੇਰੇ ਅੰਦਰ ਬਹੁਤ ਮਾੜਾ, ਕਹਿੰਦਾ ਮਹਾਰਾਜ ਮੈਂ ਭਾਵੇਂ ਚੰਗਾ ਤੇ ਮੈਂ ਭਾਵੇਂ ਮਾੜਾ, ਤੂੰ ਮੇਰੀ ਹਾਲਤ ਨੂੰ ਜਾਣਦਾ, ਅੰਦਰਲੀ ਹਾਲਤ ਨੂੰ। ਤੇ ਫਿਰ ਜੀਵਨ ਬਦਲ ਜਾਏਗਾ ਨਾ। ਇਹੀ ਗੁਰੂ ਦੀ ਸੰਗਤ ਹੈ। ਗੁਰੂ ਕੋਲੇ ਆ ਕੇ ਇਹੀ ਸੰਗਤ ਹੈ ਜਿਹੜੀ ਸਾਡੀ ਆਪੇ ਨੂੰ ਚੇਂਜ ਕਰਦੀ ਹੈ। ਆਪੇ ਨੂੰ। ਗੁਰੂ ਦੀ ਸੰਗਤ ਦਾ ਮਤਲਬ ਕੀ ਹੈ? ਗੁਰੂ ਕੋਲੇ ਆ ਕੇ ਕੀ ਕਰਨਾ ਹੈ? ਆਹੀ ਅਲਾਮਤਾਂ ਖਤਮ ਹੁੰਦੀਆਂ ਨੇ। ਮੈਂ ਇੱਕ ਛੋਟੀ ਜਿਹੀ ਬੇਨਤੀ ਕਰਾਂ, ਸੰਗਤ ਜਿਹੜੀ ਆ ਅਸੀਂ ਆਮ ਕਰਕੇ ਨੇ ਸੰਗਤ ਕਰੀ, ਗੁਰੂ ਦੀ ਸੰਗਤ। ਸੰਗਤ ਦਾ ਜੇ ਸ਼ਬਦੀ ਅਰਥ ਵੀ ਕਰੋ ਨਾ, ਬਾਣੀ ਵਿੱਚ ਇਹ ਸ਼ਬਦ ਬਹੁਤ ਥਾਈਂ ਹੈ। ਸੰਗਤ ਦਾ ਸੰਗਤ ਅਰਥ ਕੀ ਹੈ? ਮਹਾਰਾਜ ਕਹਿੰਦੇ ਇੱਕ ਸੰਸਕ੍ਰਿਤ ਦਾ ਸ਼ਬਦ ਹੈ ਸਵੈਂਗਤ। ਸਵੈਂ ਦਾ ਮਤਲਬ ਹੁੰਦਾ ਹੈ, ਜਿਵੇਂ ਸਵੈਂ ਹਿੰਦੀ 'ਚ ਬੋਲਦੇ ਨੇ, ਸਵੈਂ ਮੈਂ, ਆਪਣੇ ਆਪ। ਮੈਂ ਆਹ ਕੰਮ ਨੂੰ ਸਵੈਂ ਕਰਾਂਗਾ, ਮੈਂ ਆਪਣੇ ਆਪ ਕਰਾਂਗਾ। ਇਹ ਸਵੈਂ ਦਾ ਮਤਲਬ ਹੁੰਦਾ ਹੈ ਮੈਂ, ਆਪਣਾ ਆਪਾ। ਉਹ ਆਪਣਾ ਆਪਾ ਹੀ ਬੋਲਦਾ। ਇਹ ਵੀ ਧਿਆਨ ਦੇਣਾ ਸੀ, ਆਪਣਾ ਆਪਾ ਕੀ ਆ? ਆਪ ਨੂੰ ਹੀ, ਜਿਹੜਾ ਇਹੀ ਹਉਮੈ ਹੈ ਜਿਹੜਾ ਸਵੈਂ ਬੰਦਾ ਕਹਿੰਦਾ ਮੈਂ। ਮੇਰਾ ਜਿਸ ਚੀਜ਼ ਨਾਲ ਮੇਰਾ ਜੁੜ ਜਾਂਦਾ ਨਾ, ਸਵੈਂ ਦਾ ਮਤਲਬ ਹੀ ਹੰਕਾਰ ਹੈ। ਜਿਸ ਚੀਜ਼ ਨਾਲ ਵੀ ਮੇਰਾ ਜੁੜਦਾ ਸੀ, ਕਹਿੰਦਾ ਇਹ ਤਾਂ ਬੰਦਾ ਜੀ ਮੇਰੀ 24 ਘੰਟੇ ਬੰਦਾ ਐਵੇਂ ਮੇਰੀ ਕਰਦਾ ਹੈ। ਇਹ ਦੇਖੋ ਸਵੈਂਗਤ ਦਾ ਮਤਲਬ ਕੀ ਹੈ।
ਸਵੈ ਦਾ ਮਤਲਬ ਮੈਂ, ਆਪਾ। ਹੁਣ ਅਸੀਂ ਕਹਿੰਦੇ ਜੀ ਮੇਰਾ ਹੱਥ, ਮੇਰਾ ਸਿਰ, ਇਹ ਵੀ ਮੇਰੇ ਕਹਿੰਦੇ ਨੇ। ਜਿਹੜੀ ਦੂਸਰੀ ਚੀਜ਼ ਨੂੰ ਅਸੀਂ ਆਪਣੀ ਕਹਿਣਾ, ਉੱਥੇ ਹੰਕਾਰ ਹੈ, ਉਹ ਸਵੈ ਦੇ ਨਾਲ ਜੁੜੇ। ਦੇਖੋ ਧਿਆਨ ਦਿਓ, ਮੇਰਾ ਘਰ, ਮੇਰੀ ਗੱਡੀ। ਗੱਡੀ ਹੋਰ ਚੀਜ਼ ਹੈ, ਮੈਂ ਹੋਰ ਹੈ। ਹੱਥ ਹੋਰ ਹੈ, ਮੈਂ ਹੋਰ ਹੈ। ਮੇਰਾ ਹੱਥ, ਜਿਹੜਾ ਮੇਰਾ ਕਹਿਣ ਵਾਲਾ ਬੰਦਾ ਉਹ ਹੋਰ ਹੈ, ਹੱਥ ਹੋਰ ਹੈ। ਮੇਰਾ ਅੱਜ ਸਿਰ ਦੁਖਦਾ ਹੈ, ਇਹਦਾ ਮਤਲਬ ਜਿਹਦਾ ਸਿਰ ਦੁਖਦਾ ਹੈ, ਸਿਰ ਹੋਰ ਹੈ ਅਤੇ ਮੇਰਾ ਕਹਿਣ ਵਾਲਾ ਹੋਰ ਹੈ। ਅਤੇ ਥਰਡ ਤੁਸੀਂ ਹੋਰ ਦੇਖੋ, ਅਸੀਂ ਤਾਂ ਇੰਨੇ ਕੁ ਜ਼ਿਆਦਾ ਇਗੋਇਸਟ ਹੈ, ਅਸੀਂ ਹਰ ਇੱਕ ਚੀਜ਼ ਨੂੰ ਆਪਣੀ ਕਹਿਣ ਲੱਗ ਗਏ। ਸਰੀਰ ਨੂੰ ਤਾਂ ਚਲੋ ਕਿਹਾ ਹੀ ਸੀ ਮੇਰਾ ਹੀ ਹੈ, ਫਿਰ ਇਹ ਵੀ ਕਹਿਣ ਲੱਗੇ ਜੀ ਅੱਜ ਮੇਰਾ ਮਨ ਬੜਾ ਦੁਖੀ ਹੈ, ਮਨ ਵੀ ਮੇਰਾ ਹੋ ਗਿਆ। ਅੱਛਾ, ਮਨ ਨੂੰ ਵੀ ਮੇਰਾ ਕਹਿਣ ਵਾਲਾ ਕੋਈ ਹੋਰ ਹੈ। ਇੱਥੋਂ ਤੱਕ ਕਹਿ ਦਿੱਤਾ ਮੇਰੀ ਆਤਮਾ ਬਹੁਤ ਦੁਖੀ ਹੈ। ਅਸੀਂ ਇਹ ਵੀ ਕਹਿ ਦਿੰਦੇ ਜੀ ਫਲਾਣੇ ਦੀ ਆਤਮਾ ਬੜੀ ਸੁਖੀ ਹੈ। ਹੁਣ ਇਹਦਾ ਭਾਵ ਕੀ ਹੈ? ਮੇਰੀ ਆਤਮਾ, ਆਤਮਾ 'ਤੇ ਵੀ ਸਟੈਂਪ, ਜਦ ਕਿ ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਇਹ ਤਾਂ ਰੱਬ ਦੀ ਹੈ ਨਾ ਅੰਸ਼। ਬੰਦਾ ਇਹਦੇ 'ਤੇ ਵੀ ਮੈਂ ਦੀ ਸਟੈਂਪ ਲਾ ਰਿਹਾ ਹੈਗਾ। ਇਹ ਵੀ ਸਵੈ ਹੈ। ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਜੋ ਆਪਾ ਭਾਵ ਹੈ, ਇਹ ਹਉਮੈ ਹੈ। ਹੁਣ ਧਿਆਨ ਦਿਓ ਸੰਗਤ ਦੇ ਅਰਥ। ਸਵੈਗਤ, ਇੱਕ ਸ਼ਬਦ ਹੋਰ ਦੇਖੋ ਤੁਸੀਂ, ਸਵੈ ਦਾ ਮਤਲਬ ਹੁੰਦਾ ਹੈ ਮੈਂ। ਇਹਨੂੰ ਗੁਰੂ ਨਾਨਕ ਪਾਤਸ਼ਾਹ ਨੇ ਦੋਨੇ ਸ਼ਬਦ ਬਾਣੀ 'ਚ ਬਹੁਤ ਵਰਤੇ ਨੇ। ਜਿਵੇਂ ਅਸੀਂ ਰੋਜ਼ ਪੜ੍ਹਦੇ ਹਾਂ ਅਜੂਨੀ ਸੈ ਭੰਗ, ਸੈ ਉਹਦੇ ਲਿਖਣ 'ਚ ਫਰਕ ਹੈ, ਪਰ ਉਹਦੇ ਅਰਥ ਹੀ ਨੇ। ਸੈ ਭੰਗ ਦਾ ਮਤਲਬ ਹੁੰਦਾ ਆਪਣੇ ਆਪ ਤੋਂ ਪ੍ਰਕਾਸ਼ ਹੋਣਾ, ਸੈ ਭੰਗ। ਅਤੇ ਦੂਜੇ ਪਾਸੇ ਸੈ ਜਿਹੜਾ ਮੈਂ ਕਹਿ ਰਿਹਾ ਸੀ ਸਵੈਗਤ, ਸਵੈ ਦਾ ਮਤਲਬ ਆਪਾ ਆਪ, ਗਤ ਦਾ ਮਤਲਬ ਜਾਣਾ, ਚਲੇ ਜਾਣਾ। ਸੰਗਤ ਕਿਹਨੂੰ ਕਹਿੰਦੇ ਨੇ? ਹੁਣ ਅਰਥ ਕਲੀਅਰ ਹੋ ਜਾਣਗੇ। ਸਵੈਗਤ, ਜਿੱਥੇ ਸੰਗਤ ਉਹਨੂੰ ਕਹਿੰਦੇ ਨੇ ਜਿੱਥੋਂ ਬੰਦੇ ਦੇ ਵਿੱਚੋਂ ਆਪਣਾ ਆਪਾ ਚਲਿਆ ਜਾਏ। ਇਹ ਗੁਰੂ ਕੋਲੇ ਆ ਕੇ ਆਪੇ ਦੀ ਪਛਾਣ ਹੁੰਦੀ ਹੈ ਵੀ ਤੂੰ ਜਿਹੜਾ ਮੈਂ ਕਰਦਾ ਹੈ ਨਾ, ਇਹ ਖਤਮ ਹੋ ਜਾਏਗਾ। ਗੁਰੂ ਆਹ ਸਮਝਾਉਂਦਾ ਹੈ। ਜਿਨ੍ਹਾਂ ਦਾ ਸਵੈ, ਜਿਨ੍ਹਾਂ ਦੀ ਮੈਂ, ਜਿਨ੍ਹਾਂ ਦੀ ਈਗੋ, ਜਿਨ੍ਹਾਂ ਦੀ ਹਉਮੈ ਦੂਰ ਹੋ ਜਾਂਦੀ ਹੈ, ਫਿਰ ਉਹ ਕਹਿੰਦੇ ਨੇ ਕਬੀਰ ਸਾਹਿਬ ਜੀ ਕਹਿੰਦੇ ਮੇਰਾ ਮੁਝ ਮੈਂ ਕਿਛ ਨਹੀਂ। ਹੁਣ ਕੀ ਹੈ? ਕਹਿੰਦੇ ਮੇਰੇ ਵਿੱਚ ਮੇਰਾ ਵੀ ਕੁਛ ਨਹੀਂ ਹੈ, ਹੈ ਹੀ ਕੁਛ ਨਹੀਂ ਹੈ। ਜੇ ਕੁਝ ਹੈ, ਜੋ ਕੁਛ ਹੈ ਸੋ ਤੇਰਾ। ਅਤੇ ਜੇ ਮੈਂ ਜੇ ਤੈਨੂੰ ਅਰਪਣ ਵੀ ਕਰਨ ਵਾਲਾ ਹੈ ਨਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ। ਮੇਰੇ ਵਰਗਾ ਕੋਈ ਚੀਜ਼ ਭੇਟ ਕਰਦੇ, ਉਹ ਵਾਰ-ਵਾਰ ਪੁੱਛਦੇ ਇਹ ਗੁਰਦੁਆਰੇ ਲਈ ਮੈਂ ਦਾਨ ਕੀਤੀ ਸੀ। ਜੇ ਕਿਤੇ ਦੇਖ ਲਿਆ ਅਸੀਂ ਇਹ ਉਦੋਂ ਫਲਾਣੇ ਟਾਈਮ ਪਾਠ ਕਰਾਇਆ, ਉਦੋਂ ਅਸੀਂ ਦਾਨ ਕੀਤੀ। ਮਤਲਬ ਉਹ ਭਾਵੇਂ ਸਾਲਾਂ ਬੱਧੀ ਵੀ ਲੰਘ ਜਾਏ, ਉਹਦੇ ਸਵੈ ਦੀ ਮੋਹਰ, ਹਉਮੈ ਦੀ ਮੋਹਰ ਟਿਕੀ ਰਹਿੰਦੀ ਹੈ। ਪਰ ਜਦੋਂ ਗੁਰੂ ਦੀ ਸੰਗਤ ਵਿੱਚ ਫਿਰਦੇ ਹਾਂ, ਫਿਰ ਇਹ ਹਉਮੈ ਦੀ ਜਿਹੜੀ ਮੋਹਰ ਹੈ ਚੱਕੀ ਜਾਂਦੀ ਹੈ। ਕਿ ਮੈਂ ਛੋਟੀ ਜਿਹੀ ਸਾਖੀ ਪ੍ਰਮਾਣ ਕੀ ਹੁੰਦਾ ਹੈ? ਸਾਖੀ ਨਾਲ ਮੈਂ ਤੁਹਾਨੂੰ ਗੱਲ ਕਹਾਂ, ਇਹ ਸਮਝਣ ਵਾਸਤੇ ਹੈ, ਨੁਕਤਾ ਹੀ ਹੁੰਦਾ ਹੈ, ਨੁਕਤਾ ਹੀ ਪਕੜਨਾ ਹੁੰਦਾ। ਸਾਖੀ ਨੇ ਤਾਂ ਆਪਣਾ ਅਰਥ ਬਿਆਨ ਕਰ ਦੇਣਾ ਵੀ ਇਸ ਕਰਕੇ ਪੜ੍ਹੀਏ, ਪਰ ਉਹਦੇ ਵਿੱਚ ਜਿਹੜਾ ਨੁਕਤਾ ਹੈ ਉਹ ਸਮਝ ਲਿਆ ਜਾਏ। ਜਦੋਂ ਸੰਗਤ ਗੁਰੂ ਦੀ ਹੋ ਜਾਏ, ਜਦੋਂ ਸੰਗਤ ਗੁਰੂ ਦੀ ਨੇੜਤਾ ਹੋ ਜਾਏ, ਫਿਰ ਹਉਮੈ ਮਰ ਜਾਂਦੀ, ਫਿਰ ਉਹ 'ਚ ਮੇਰਾ ਤੇਰਾ ਕੁਝ ਨਹੀਂ ਰਹਿੰਦਾ ਹੈ। ਸਿੰਘਾਂ ਨੇ ਆ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਪਾਸ ਸ਼ਿਕਾਇਤ ਕੀਤੀ, ਸਤਿਗੁਰ ਸੱਚੇ ਪਾਤਸ਼ਾਹ ਜੀ ਅਸੀਂ ਤੁਹਾਡੇ ਚਰਨਾਂ 'ਚ ਇੱਕ ਸ਼ਿਕਾਇਤ ਲੈ ਕੇ ਆਏ। ਮਹਾਰਾਜ ਕਹਿੰਦੇ ਕੀ ਗੱਲ ਹੋ ਗਈ? ਕਹਿੰਦੇ ਸ਼ਿਕਾਇਤ ਹੈ ਭਾਈ ਕਨ੍ਹਈਏ ਦੀ। ਇਹ ਤੁਹਾਡਾ ਅਨੰਨ ਪਿਆਰਾ ਸਿੱਖ ਹੈ, ਜਿਹਨੂੰ ਤੁਸੀਂ ਜਲ ਛਕਾਉਣ ਦੀ ਸੇਵਾ 'ਤੇ ਲਾਇਆ ਹੈ, ਭਾਈ ਕਨ੍ਹਈਆ। ਮਹਾਰਾਜ ਕਹਿੰਦੇ ਹਾਂ। ਕਹਿੰਦੇ ਉਹ ਬੜਾ ਧੋਖਾ ਕਰ ਰਿਹਾ ਸਾਡੇ ਨਾਲ। ਮਹਾਰਾਜ ਕਹਿੰਦੇ ਕੀ ਹੋਇਆ? ਕਹਿੰਦੇ ਜੀ ਇਹ ਕੀ ਕਰ ਰਿਹਾ ਹੈ? ਉਹ ਸਾਨੂੰ ਤਾਂ ਪਾਣੀ ਪਿਆਈ ਜਾ ਰਿਹਾ, ਨਾਲ ਬੈਰੀਆਂ ਨੂੰ ਵੀ ਪਿਆਈ ਜਾ ਰਿਹਾ। ਕਿਉਂ ਬਈ? ਕਹਿੰਦੇ ਉਹਨਾਂ ਨੂੰ ਪਿਆਰਿਆ ਸੀ, ਉਹਨਾਂ ਨੂੰ ਲੜ ਕੇ, ਉਹਨਾਂ ਨੂੰ ਮਾਰ ਕੇ, ਫੱਟੜ ਕਰ ਕਰਕੇ ਥੱਲੇ ਸੁੱਟਦੇ, ਉਹ ਪਾਣੀ ਪਿਆ ਕੇ ਫਿਰ ਸਾਡੇ ਬਰਾਬਰ ਕਰ ਦਿੰਦਾ। ਸਤਿਗੁਰੂ ਜੀ ਕਹਿੰਦੇ ਬੁਲਾਓ। ਹੁਣ ਭਾਈ ਕਨ੍ਹਈਏ ਨੂੰ ਬੁਲਾਇਆ। ਭਾਈ ਕਨ੍ਹਈਆ ਜੀ ਆ ਗਏ, ਸ਼ਰਨ ਦੇ ਵਿੱਚ ਨਮਸਕਾਰ ਕੀਤੀ। ਸਤਿਗੁਰ ਕਹਿੰਦੇ ਭਾਈ ਕਨ੍ਹਈਆ ਤੇਰੀ ਸ਼ਿਕਾਇਤ ਆਈ ਹੈ, ਤੂੰ ਆਹ ਕੰਮ ਕਰਦਾ ਹੈ। ਅਤੇ ਮਹਾਰਾਜ ਨੂੰ ਹੱਥ ਜੋੜ ਕੇ ਭਾਈ ਕਨ੍ਹਈਆ ਸਾਹਿਬ ਜੀ ਕਹਿਣ ਲੱਗੇ ਸਤਿਗੁਰ ਜੀਓ, ਮੇਰੀ ਕੀ ਔਕਾਤ ਹੈ ਮੈਂ ਕਿਸੇ ਨੂੰ ਜਲ ਛਕਾ, ਜਲ ਵੀ ਤੁਹਾਡਾ ਅਤੇ ਮੈਂ ਸਿੱਖ ਵੀ ਤੁਹਾਡਾ। ਦਾਤਾ ਜੀ ਜਦੋਂ ਮੈਂ ਜਲ ਛਕਾਉਣਾ ਹੈ,
मैनू दूसरा कोई दिसदा ही नहीं। ना को वैरी नहीं बेगाना, सगल संग हमको बण आई। मैंने तो तुहाडे दर तो मैं ये सिक्ख्या पढ़ी है, तुहाडी संगत करके मैनू सोझी पई है भी इत्थे कोई ना को वैरी है ना कोई बेगाना है। ये तो मेरी संगत नाल बण आई। ये हुण मेरा कोई ना मैनू कोई बैरी दिसदा, जिन्हों भी मैं देखदा मैं तो तेरा रूप दिसदा है, तो मैं जल छुका देना है। सतगुरु जी बड़े खुश होए। इतिहास असीं जाणदे हां। हुण ये की है, गुरु कोले आया मेरी ते मैं हौमे खत्म हो गई। ये जिहड़ी मैं मेरी सी उही तो करदी सी, विसर गई सब तात पराए। जिहड़ी पराई तात सी, पराया मेरा तेरा बेगाना अपना, ये जिहड़ा सी तो मुक गया। विसर गई सब तात पराई, जब ते साध संगत मोहे पाई। जिस दिन दी सतगुरु जी मैं तेरी संगत करन लग्या है ते मेरे विचों तात विसर गई। आपा, हंकार, हौमे, ईगो, एक दूजा अपना पराया बेगाना सब मिट गया। हुण कोई बेगाना नहीं दिसदा, सब अपने दिसदे। ਇਹ ਹੈ ਗੁਰੂ ਦੀ ਸੰਗਤ ਕੋਲੇ ਆਇਆ ਹਉਮੈ ਦਾ ਨਾਸ਼ ਹੋ ਜਾਂਦਾ ਹੈ। ਸੱਚੀ ਸਰਕਾਰ ਇਹ ਗੱਲ ਕਹਿੰਦੇ ਨੇ, ਮੇਰੇ ਸਾਹਿਬ ਤੂੰ ਸਾਡੇ ਅੰਦਰ ਦੀ ਜਾਣਦਾ ਹੈ। ਗੁਰੂ ਕੋਲੇ ਆ ਕੇ ਸਾਡੇ ਅੰਦਰ ਦੀ ਹਾਲਤ ਦੀ ਤਸਵੀਰ ਸਾਫ਼ ਹੁੰਦੀ ਹੈ, ਅੰਦਰ ਦੀ ਮਲੀਨਤਾ ਖਤਮ ਹੁੰਦੀ ਹੈ, ਅੰਦਰ ਦੀ। ਬਸ ਇਹ ਗੁਰੂ ਬਖਸ਼ਿਸ਼ ਕਰਦੇ ਨੇ। ਸਾਹਿਬ ਕਹਿੰਦੇ ਬੁਰਾ ਭਲਾ ਤੁਧ ਸਭ ਕਿਛ ਸੂਝੈ, ਤੁਧ ਭਾਵੈ ਤੇ ਮੈਂ ਬੁਲਾਵੈ। बुरा भला तू सब कुछ जानता है, जिमें तेनू लगता है तू उवें बुला ले। हुण असीं कहांगे तां रब ही बुलाउंदा है। हुण जिहड़े कारज असीं बुलाउण दा अर्थ ते कर्म ने, कर्म जिवें जिवें तू चाहुंदा है उवें असीं कर्म करदे। चाहुंदा किवें उवें, वो उवें चाहुंदा है जिवें तेरे कीते होए ने, उवें ही है। गुरु महाराज कहंदे सारा जीवन तेरा जिस कर्मां तू कमाउंदा रहा है। इस करके कर्म तो सारे जिहड़े जीव जंतु वो भी करते हैं, पर यह फ्रीडम, ये आज़ादी ये आके मिलती आ। भई प्राप्त मनुख देहरिया, मनुख देहरी जिहड़ी है ना, ये मिलती है। देखो एक होर क्लीयर कर लो गल, देहियां सारियां ने, सारियां देहियां ने, पर बाबा जी कहते जिहड़ी देहरी विच आके रब मिलता है वो इको ही आ, मनुख देहरी। महाराज कहते जिस बंदे दे जय प्राणी कै नाहे मन, वो परमात्मा परमेश्वर हिरदे विच नहीं न वसदा। महाराज कहते जैसे सूकर स्वान नानक मानो ताहे तन, तन का मतलब शरीर। कहते वो शरीर नूं ऐ मान लो भी जय सूर ते सूकर ते कुकर दा है। भाव इहदा की है, इहदा भाव ये है शरीर सारियां दे ने, पर रब जिहड़ा है, भगवान जिहड़ा है, वाहिगुरू जिहड़ा हिरदे विच ये केवल मनुख देहरी च वसदा है, मनुख देहरी। इस करके ये जिहड़ी देहरी मिली है, गुरु बाबा जी कहते इहदे विच तैनूं आज़ादी सी, तू भाई जो मर्जी कर, पर इहदे विच ये बार बार तां ही बाणी सानूं तौकीद करदी है, बार बार सानूं समझाया जाता है भई प्राप्त मानुख देहरिया, गोबिंद मिलन की यह तेरी वरिया। आ तेरी टर्न है, बारी है, ये गोबिंद मिलन की बारी है। बाकियां विच गोबिंद नहीं मिलता, आ मनुख देहरी विच क्यों भजन इहदे विच ही हो सकदा। बाकियां विच तां तेरे कर्म ने, कर्म करी जा रहे, तो जे इहदे च भी इहो जिहे कर्म करेगा अंत तैनूं पता ही है। तो साहिब गुरु बाबा जी कहंदे चाहे वह बुरा भावें भला वो जानता है, पर तेरे हालत नूं पर जिमें जीव उवें करदा जिमें वो बुलाउंदा है। रहाओ सब मोह माया शरीर हर कीया, ये सारा कुछ हरी का बनाया है। मोह माया जिहड़ी पसरी हुई है, ये सारी मोह माया है। इस शरीर भी मोह माया है। तुसीं देखो जिहड़ा सच है वो परमेश्वर है। बाबा माया साथ ना होए, ये माया ही है। जद सुभाना ता जम्मिया परिवार भला पाया, लिव छुड़की लगी तृष्णा, माया अंबर वरताया। ये माया दी सब सर्कल है। माया पैसे नूं नहीं कहते, माया सारी माया ही है।
ਅਸੀਂ ਸੁੱਤੇ ਹੁੰਦੇ ਹਾਂ, ਸਾਨੂੰ ਕੁਝ ਨਹੀਂ ਪਤਾ ਹੁੰਦਾ ਅਸੀਂ ਕਿੱਥੇ ਪਏ ਹਾਂ, ਕਿਹੜੇ ਦੇਸ਼ ਦੇ ਵਾਸੀ ਹਾਂ, ਕੀ ਸਾਡਾ ਸਰੀਰ ਹੈ, ਕੀ ਅਸੀਂ ਖਾਧਾ ਹੈ, ਕਿੱਥੇ ਅਸੀਂ ਜਾ ਰਹੇ ਹਾਂ, ਸਾਨੂੰ ਕੁਝ ਨਹੀਂ ਪਤਾ ਹੁੰਦੇ ਮਾਇਆ ਦੇ ਵਿੱਚ। ਪਰ ਗੁਰੂ ਮਹਾਰਾਜ ਕਹਿੰਦੇ ਜਦੋਂ ਇਹ ਸਭ ਮੋਹ ਮਾਇਆ ਸਰੀਰ ਹਰ ਕੀਆ, ਵਿੱਚ ਦੇਹੀ ਮਾਨੁਖ ਭਗਤ ਕਰਾਈ। ਆ ਗੱਲ ਹੈ, ਜਿਹੜੀ ਰੱਬ ਦੀ ਭਗਤੀ ਹੈ ਨਾ, ਇਹ ਮਾਨੁਖ ਦੇਹ ਵਿੱਚ ਹੋ ਸਕਦੀ ਹੈ, ਇਹ ਮਨੁੱਖਾ ਦੇਹ ਵਿੱਚ ਹੋ ਸਕਦੀ ਹੈ, ਬਾਕੀ ਵਿੱਚ ਨਹੀਂ ਹੋ ਸਕਦੀ। ਬਾਕੀਆਂ ਦੇ ਤਾਂ ਮਹਾਰਾਜ ਕਹਿੰਦੇ ਜਿਹੜੇ ਜੀਵ ਜੰਤੂ ਨੇ ਨਾ, ਸਾਰੇ ਜੀਵ ਜੰਤੂ ਕਰਮ ਨੇ, ਕਿਸੇ ਨੂੰ ਖਾਣ ਦਾ ਪਤਾ ਹੈ, ਕਿਸੇ ਨੂੰ ਉੱਡਣ ਦਾ ਪਤਾ ਹੈ, ਕਿਸੇ ਨੂੰ ਤੁਰਨ ਦਾ ਪਤਾ ਹੈ, ਬਸ ਇੰਨਾ ਕੁ ਸੋਝੀਏ। ਪਰ ਨਾਮ ਬੰਦਗੀ ਦੀ ਸੋਝੀ ਕੇਵਲ ਮਾਨੁਖ ਦੇਹ ਵਿੱਚ ਹੈ। ਤਾਂ ਮਹਾਰਾਜ ਕਹਿੰਦੇ ਨੇ ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕੇਵਲ ਵਾਹਿਗੁਰੂ ਦਾ ਨਾਮ ਜਪਿਆ ਕਰ। ਅਵਰ ਕਾਜ ਤੇਰੇ ਹੋਰ ਬਾਕੀ ਦੇ ਕੰਮ ਕਿਤੇ ਵੀ ਨਹੀਂ ਹੋਣੇ, ਨਾ ਪਹਿਲਾਂ ਕੀਤੇ ਹੋਏ ਆਉਣੇ ਨਾ ਹੋਣਾ ਹੈ, ਨਹੀਂ ਕੰਮ ਆਉਂਦੇ, ਕਿਉਂਕਿ ਉਹਨਾਂ ਕਰਕੇ ਤਾਂ ਤੂੰ ਇਹ ਕਰਮ ਕਰ ਰਹੇ ਹੈ। ਤੇ ਗੁਰੂ ਮਹਾਰਾਜ ਤਾਂ ਕਹਿੰਦੇ ਨੇ ਜਿਹੜੀ ਦੇਹਰੀ ਮਿਲੀ ਹੈ ਇਹ ਤੈਨੂੰ ਵਿੱਚ ਦੇਹੀ ਮਾਨੁਖ ਭਗਤ ਕਰਾਈ। ਮਾਨੁਖ ਦੇਹਰੀ ਦੇ ਵਿੱਚ ਤੂੰ ਭਗਤੀ ਕਰ ਸਕ। ਇੱਕ ਮੈਂ ਉਹ ਬੇਨਤੀ ਕਰ ਰਿਹਾ, ਤੁਸੀਂ ਕਈ ਵਾਰ ਕਬੀਰ ਸਾਹਿਬ ਦਾ ਸ਼ਬਦ ਸੁਣਿਆ ਹੋਣਾ ਹੈ ਕਿ ਗੁਰ ਸੇਵਾ ਤੇ ਭਗਤ ਕਮਾਈ, ਤਬੇ ਮਾਨਸ ਦੇਹੀ ਪਾਈ। ਇਹਦੇ ਅਰਥ ਇਹ ਨਹੀਂ ਕਰਨੇ ਵੀ ਗੁਰੂ ਦੀ ਸੇਵਾ ਕੀਤੀ, ਭਗਤੀ ਕੀਤੀ, ਫੇਰ ਜਾ ਕੇ ਮਨੁੱਖ ਦੇਹ ਮਿਲੀ, ਨਹੀਂ, ਇਹ ਨਹੀਂ ਅਰਥ ਬਣਨੇ। ਫਿਰ ਜੇ ਸੇਵਾ ਕਰਕੇ ਭਗਤੀ ਕਰਕੇ ਮਨੁੱਖ ਦੇਹ ਹੀ ਮਿਲਣੀ ਹੈ, ਫਿਰ ਸੇਵਾ ਕਰਨ ਦਾ ਕੀ ਫਾਇਦਾ ਹੋਇਆ? ਨਹੀਂ ਹੈਗਾ। ਇਹਦਾ ਮਤਲਬ ਹੈ ਗੁਰ ਸੇਵਾ ਤੇ ਭਗਤ ਕਮਾਈ। ਆ ਕੰਮ ਕਰੀ, ਗੁਰੂ ਦੀ ਸੇਵਾ ਸਿਮਰਨ ਹੈ, ਭਗਤੀ ਕਰਨੀ ਉਹਦੀ ਸਿਮਰਨ ਹੈ। ਇਸ ਵਾਸਤੇ ਤਾਬੇ ਮਾਨਸ ਦੇਹੀ ਪਾਈ, ਇਹ ਦੇਹੀ ਤਾਂ ਮਿਲੀ ਹੈ ਤੈਨੂੰ ਵੀ ਤੂੰ ਇਸ ਦੇਹੀ ਵਿੱਚ ਆ ਕੇ, ਮਾਨੁਖ ਦੇਹੀ ਵਿੱਚ ਆ ਕੇ ਵਾਹਿਗੁਰੂ ਦੀ ਭਗਤੀ ਕਰੀ। ਗੁਰ ਸੇਵਾ ਤੇ ਭਗਤ ਕਮਾਈ, ਤਬੇ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰੈ ਦੇਵ। ਆ ਕਲੀਅਰ ਕਰ ਦਿੱਤਾ ਬਿਲਕੁਲ ਨਾਲ। ਇਸ ਦੇਹੀ ਨੂੰ ਤਾਂ ਦੇਵਤੇ ਵੀ ਚਾਹੁੰਦੇ ਨੇ। ਸੋ ਦੇਹੀ ਭਜ ਹਰ ਕੀ ਸੇਵ। ਇਹ ਹਰੀ ਦੇ ਸਿਮਰਨ ਲਈ ਦੇਹੀ ਮਿਲੀ ਹੈ। ਤਾਂ ਗੱਲ ਕਿਹਾ ਸੀ ਭਜੋ ਗੋਬਿੰਦ ਭੂਲ ਮਤ ਜਾ। ਭੁੱਲ ਕੇ ਵੀ ਕਿਤੇ ਭੁੱਲ ਨਾ ਜਾਇਓ। ਸਿਮਰਨ ਕਰਨ ਵਾਸਤੇ ਦੇਹਰੀ ਮਿਲੀ ਹੈ, ਬੰਦਗੀ ਕਰਨ ਵਾਸਤੇ ਦੇਹਰੀ ਮਿਲੀ ਹੈ, ਮਨੁੱਖਾ ਦੇਹਰੀ। ਤਾਂ ਗੁਰੂ ਮਹਾਰਾਜ ਕਹਿੰਦੇ ਮਾਨੁਖ ਭਗਤ ਕਰਾਈ, ਇੱਕ ਨਾ ਸਤਿਗੁਰ ਮੇਲ ਸੁਖ ਦੇਵੈ, ਇੱਕ ਮਨਮੁਖ ਧੰਦ ਪਿਟਾਈ। ਪਿਟਾਈ ਦਾ ਮਤਲਬ ਆਪਾਂ ਕਹਿੰਦੇ ਕਿਵੇਂ ਬੰਦਾ ਧੰਦ ਪਿੱਟਦਾ ਹੈ। ਇੱਕ ਨਾ ਨੇ ਗੁਰੂ ਦੇ ਕੋਲੇ ਆ ਕੇ ਸਤਿਗੁਰ ਦੀ, ਹੁਣ ਇੱਥੇ ਸਤਿਗੁਰ ਸ਼ਬਦ ਵਰਤਿਆ ਹੈ, ਹਰੀ ਪਰਮਾਤਮਾ ਵਾਹਿਗੁਰੂ ਨਹੀਂ ਵਰਤਿਆ। ਇੱਕ ਬੰਦਿਆਂ ਨੇ ਗੁਰੂ ਦਾ ਪੱਲਾ ਪਕੜ ਲਿਆ ਆ ਕੇ। ਜਦੋਂ ਗੁਰੂ ਕੋਲੇ ਆਏ, ਗੁਰੂ ਨੇ ਸੋਝੀ ਦਿੱਤੀ, ਇਸ ਮਨੁੱਖਾ ਦੇਹਰੀ ਦੀ ਵੈਲੂ ਨੂੰ ਸਮਝਾਇਆ ਤੇ ਇਹ ਉਪਦੇਸ਼ ਸਮਝ ਪਿਆ। ਫਿਰ ਬਾਬਾ ਜੀ ਕਹਿੰਦੇ ਇੱਕ ਨਾ ਸਤਿਗੁਰ ਮੇਲ ਸੁਖ ਦੇਵੈ, ਉਹਨਾਂ ਨੂੰ ਸੁਖੀ ਹੋ ਜਾਂਦੇ। ਦੂਸਰੇ ਇੱਕ ਮਨਮੁਖ ਧੰਦ ਪਿਟਾਈ। ਜਿਹੜੇ ਗੁਰੂ ਦੀ ਨੇੜਤਾ ਨਹੀਂ ਆਉਂਦੇ, ਜਿਹੜੇ ਗੁਰੂ ਦੀ ਸੰਗਤ ਵਿੱਚ ਨਹੀਂ ਆਉਂਦੇ, ਉਹ ਇਹ ਧੰਦ ਧੰਧਾਰ ਪਿੱਟਦੇ ਜੀਵਨ ਬਤੀਤ ਕਰ ਦਿੰਦੇ ਨੇ। ਤੇ ਮਹਾਰਾਜ ਕਹਿੰਦੇ ਸਭ ਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਤੇ। ਇਹ ਸਾਰਾ ਕੁਝ ਤੇਰਾ ਹੈ ਤੇ ਤੂੰ ਸਭਨਾ ਦਾ ਹੈ। ਤੁਧ ਸਭਨਾ ਸਿਰ ਲਿਖਿਆ ਲੇਖ, ਤੂੰ ਸਾਰਿਆਂ ਦੇ ਉੱਪਰ ਲੇਖ ਲਿਖਿਆ। ਇਹ ਲੇਖ ਲਿਖਣ ਦਾ ਭਾਵ ਇਹੀ ਹੈ, ਸਾਰੇ ਤੇਰੇ ਨੇ, ਤੂੰ ਸਭਨਾ ਦਾ। ਪਰ ਪਰਮਾਤਮਾ ਜੀ ਇਹਨਾਂ ਦੇ ਲੇਖ ਉਹ ਹੀ ਲਿਖਿਆ ਹੈ, ਜੋ ਇਹਨਾਂ ਨੇ ਕੀਤਾ ਹੈ ਉਹੀ ਇਹਨਾਂ ਨੂੰ ਕਮਾਇਆ ਹੈ। ਹੁਣ ਜਿਹੜਾ ਜੀਵ ਆਪਣੇ ਕਰਮ ਕਰਦਾ ਹੈ ਤੇ ਕਮਾਉਂਦਾ ਸੀ, ਕਹਿੰਦਾ ਜੀ ਫਿਰ ਤਾਂ ਜੋ ਉਹਨੇ ਲਿਖਿਆ ਉਹੀ ਕਰਨਾ। ਇਹਦਾ ਮਤਲਬ ਇਹ ਨਹੀਂ। ਫਿਰ ਮੈਂ ਫਿਰ ਬੇਨਤੀ ਕਰਾਂ, ਸ਼ੇਰ ਮਾਸ ਖਾਂਦਾ ਹੈ, ਗਊ ਘਾਸ ਖਾਂਦੀ, ਉਹ ਹਜ਼ਾਰਾਂ ਸਾਲਾਂ ਤੋਂ ਹੀ ਚੱਲੇ ਆਉਂਦੇ ਨੇ, ਉਹ ਤਾਂ ਨਹੀਂ ਚੇਂਜ ਹੋਏ। ਪਰ ਮਨੁੱਖ ਦੇਖੋ ਤੁਸੀਂ, ਕਿਹੜਾ ਜਿਹੜਾ ਅਸੀਂ ਜੋ ਪਹਿਲਾਂ ਸਾਡੇ 20 ਸਾਲ ਪਹਿਲਾਂ ਖੁਰਾਕਾਂ ਸੀ ਉਹ ਅੱਜ ਨਹੀਂ ਰਹੀਆਂ, ਜਿਹੜੇ ਉਸ ਤੋਂ ਪਹਿਲਾਂ ਸੀ ਉਹ ਅੱਜ ਨਹੀਂ ਰਹੀਆਂ। ਅੱਜ ਸਾਰਾ ਕੁਝ ਚੇਂਜ ਹੋ ਗਿਆ ਹੈ। ਇਹ ਜਿਹੜੀਆਂ ਚੀਜ਼ਾਂ ਨੇ ਚੇਂਜ ਕਿਉਂ ਹੋ ਗਿਆ? ਕਿਉਂਕਿ ਬੰਦੇ ਨੂੰ ਫਰੀਡਮ ਹੈ, ਆਜ਼ਾਦੀ ਹੈ, ਜੋ ਮਰਜ਼ੀ ਸਕੇ। ਤੇ ਮਹਾਰਾਜ ਕਹਿੰਦੇ ਇਹ ਜਿਹੜਾ ਜੀਵ ਹੈ ਨਾ, ਇਸੇ ਜੀਵਨ ਦੇ ਵਿੱਚ ਇਹਨੂੰ ਆਜ਼ਾਦੀ ਹੈ, ਭਾਈ ਚਾਹੇ ਤੂੰ ਬੰਦਗੀ ਕਰ ਲੈ, ਭਾਵੇਂ ਮਾਇਆ ਵਿੱਚ ਫਸਿਆ ਰਹੇ, ਇਹ ਤੇਰੀ ਮਰਜ਼ੀ ਹੈ, ਇਹ ਉਹਦੀ ਖੇਡ ਹੈ। ਜੇ ਹੀ ਤੂੰ ਨਦਰ ਕਰੈ ਤੇਹਾ ਕੋ ਹੋਵੈ,
बिन नदरी नाही को भेख। ये हर एक शरीर, भेख का मतलब शरीर, ओदी नज़र तो बिना कोई नहीं है, सब दे उत्ते ओदी नज़र है। तेरी वड्याई तू है जानै, सब तुधनो नित ध्याय। सतगुरु जी, तेरी वड्डी वड्याई है, तू सब कुछ जानता है, सब तुधनो नित ध्याए। तेरी समर्था करके सब तैनू ध्याउंदे ने। पर दाता जी, जिसनों तुध भावै तिसनों तू मिलै, जन नानक सो थाई पाए। ਜਿਹੜੇ ਤੈਨੂੰ ਭਾ ਜਾਂਦੇ, ਦੇਖੋ ਅਸੀਂ ਰੱਬ ਨੂੰ ਭਾ ਜਾਈਏ, ਸਾਰੇ ਕਹਿੰਦੇ ਨੇ ਨਾ, ਮੈਂ ਕਈ ਵਾਰੀ ਕਹਿਣਾ ਹੁੰਦਾ, ਅਸੀਂ ਕਹਿੰਦੇ ਜੀ ਅਸੀਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਚੱਲੇ, ਅਸੀਂ ਬੜੇ ਵਾਰੀ ਕਹਿੰਦੇ ਹਾਂ, ਇਹ ਤਾਂ ਸਾਰੇ ਕਹਿੰਦੇ ਅਸੀਂ ਜਾਣ ਲੱਗੇ ਜਾਂ ਘਰੇ ਜਾ ਕੇ ਜੀ ਮੈਂ ਗੁਰਦੁਆਰੇ ਦਰਸ਼ਨ ਕਰਕੇ ਆਇਆ। ਤੇ ਕਦੇ ਇਹ ਸੋਚਿਆ ਵੀ ਜਦੋਂ ਮੈਂ ਦਰਸ਼ਨ ਕਰਨ ਆਉਣਾ, ਗੁਰੂ ਨੇ ਮੇਰੇ ਤੇ ਨਜ਼ਰ ਮਾਰੀ ਹੈ ਕਿ ਗੁਰੂ ਮੈਨੂੰ ਵੇਖਦਾ ਹੈ। ਇਹ ਜੇ ਅਸੀਂ ਰੱਬ ਨੂੰ ਭਾਰੇ, ਕਿ ਰੱਬ ਨੂੰ ਅਸੀਂ ਭਾਉਂਦੇ ਹਾਂ, ਜੇ ਰੱਬ ਨੂੰ ਅਸੀਂ ਭਾਉਂਦੇ ਹਾਂ, ਰੱਬ ਨੂੰ ਅਸੀਂ ਤਾਂ ਭਾਉਂਦੇ ਹਾਂ ਜੇ ਰੱਬ ਸਾਨੂੰ ਭਾਉਂਦਾ ਹੈ। ਹੁਣ ਇਹਨੂੰ ਇੰਝ ਕਹਿ ਲਓ, ਜੇ ਅਸੀਂ ਰੱਬ ਨੂੰ ਪਿਆਰ ਕਰਾਂਗੇ, ਰੱਬ ਸਾਨੂੰ ਪਿਆਰ ਕਰੇ। ਅਸੀਂ ਗੁਰੂ ਨੂੰ ਪਿਆਰ ਕਰਾਂਗੇ, ਗੁਰੂ ਸਾਨੂੰ ਪਿਆਰ ਕਰੇਗਾ। ਅਸੀਂ ਇੱਕ ਤਰਫਾ ਨਹੀਂ। ਜੇ ਗੁਰੂ ਨੇ ਬੜੀ ਕਿਰਪਾ ਕੀਤੀ ਹੈ, ਬੰਦੇ ਨੂੰ ਕਹਿ ਵੀ ਜੇ ਗੁਰੂ ਨੇ ਇੰਨੀ ਕਿਰਪਾ ਕਰ ਦਿੱਤੀ, ਹੁਣ ਤੂੰ ਵੀ ਗੁਰੂ ਦੀ ਗੱਲ ਮੰਨ ਕੇ ਗੁਰੂ ਦਾ ਸਿਮਰਨ ਕਰ ਲੈ। ਹੁਣ ਮਹਾਰਾਜ ਕਹਿੰਦੇ ਗੁਰੂ ਉਹਨੂੰ ਵੀ ਚੰਗਾ ਲੱਗਦਾ ਹੈ, ਵਾਹਿਗੁਰੂ ਗੁਰੂ ਨੂੰ ਉਹ ਚੰਗਾ ਲੱਗਦਾ ਹੈ ਜਿਹੜਾ ਨੂੰ ਗੁਰੂ ਚੰਗਾ ਲੱਗਦਾ ਹੈ। ਤਾਂ ਕਰਕੇ ਕਿਹਾ, ਜਿਸ ਨੂੰ ਤੁਧ ਭਾਵੈ ਤਿਸ ਨੂੰ ਤੂੰ ਮਿਲੈ, ਜਨ ਨਾਨਕ ਸੋ ਥਾਏ ਪਾਏ। ਮਹਾਰਾਜ ਕਹਿੰਦੇ ਉਹਨਾਂ ਦਾ ਇਹ ਜੀਵਨ ਫਿਰ ਥਾਏ ਪੈ ਜਾਂਦਾ ਹੈ ਜਿਹੜੇ ਗੁਰੂ ਦੀ ਨਜ਼ਰ ਵਿੱਚ ਪ੍ਰਵਾਨ ਹੋ ਜਾਂਦੇ ਨੇ। ਤਾਂ ਕਿਆ ਮੇਰੇ ਸਾਹਿਬ ਤੂੰ ਅੰਤਰ ਕੀ ਵਿਦ ਜਾਣੇ, ਤੂੰ ਮੇਰੀ ਸਾਰੀ ਹਾਲਤ ਨੂੰ ਜਾਣਦਾ ਹੈ, ਭਾਵੇਂ ਮੈਂ ਚੰਗਾ ਹਾਂ ਭਾਵੇਂ ਮਾੜਾ ਹਾਂ, ਪਰ ਦਾਤਾ ਜੀ ਮੈਂ ਤੇਰਾ ਹਾਂ। ਅਸੀਂ ਚੰਗੇ ਵੀ ਮਾੜੇ, ਸਾਡੀ ਅਸੀਂ ਇਹ ਨਹੀਂ ਕਹਿ ਸਕਦੇ ਵੀ ਅਸੀਂ ਗੁਰੂ ਤੋਂ ਕੁਝ ਲੁਕਾ ਲਾਂਗੇ, ਨਹੀਂ। ਉਹ ਤਾਂ ਬਿਨਾਂ ਬੋਲੇ ਹੀ ਸਭ ਕੁਝ ਜਾਣਦਾ ਹੈ। ਉਹ ਤਾਂ ਉਹਦੇ ਤਾਂ ਘਟ ਘਟ ਕੇ ਅੰਤਰ ਕੀ ਜੰਤ, ਭਲੇ ਬੁਰੇ ਕੀ ਪੀਰ ਪਛੰਦ, ਸਾਡੀ ਪਛਾਣ ਉਹ ਸਾਡੀ ਜਿਹਦੀ ਫੋਟੋ ਖਿੱਚ ਲੈਂਦਾ ਵੀ ਇਹਦੇ ਵਿੱਚ ਕੀ ਹੈ, ਅੰਦਰ ਬਾਹਰੋਂ ਕੁਝ ਹੋਰ ਦਿਖਾਵਾ ਕਰਦਾ, ਅੰਦਰ ਕੁਝ ਹੋਰ ਵਰਤ ਰਿਹਾ, ਗੁਰੂ ਜਾਣਦਾ ਹੈ। ਅਤੇ ਜਦੋਂ ਇਹ ਹਾਲਤ ਹੁੰਦੀ ਹੈ ਨਾ, ਪਰ ਜਿਹੜੇ ਕਹਿੰਦੇ ਸੱਚੇ ਪਾਤਸ਼ਾਹ ਮੈਂ ਭਾਵੇਂ ਚੰਗਾ ਅਤੇ ਮੈਂ ਭਾਵੇਂ ਮਾੜਾ, ਪਰ ਮੈਂ ਹੈ ਤੇਰਾ, ਬਸ ਫਿਰ ਗੁਰੂ ਦੀ ਰਹਿਮਤ ਵਰਤਦੀ ਹੈ। ਕਿਉਂਕਿ ਗੁਰੂ ਨੂੰ ਪਤਾ ਲੱਗਦਾ, ਇਹਨੂੰ ਪਤਾ ਹੈ ਮੇਰੇ ਕੋਲੇ ਪੂਰੇ ਰੂਪ ਵਿੱਚ ਸਮਰਪਿਤ ਹੋ ਕੇ ਕਹਿੰਦਾ ਹੈ, ਪ੍ਰਭ ਜੀਓ ਖਸਮਾ ਨਾ ਕਰ ਪਿਆਰੇ, ਬੁਰੇ ਭਲੇ ਹਮ ਥਾਰੇ, ਬੁਰੇ ਭਲੇ ਹਮ ਥਾਰੇ, ਬੁਰੇ ਭਲੇ ਹਮ ਥਾਰੇ, ਬੁਰੇ ਭਲੇ ਹਮ ਥਾਰੇ। ਭਾਵੇਂ ਅਸੀਂ ਬੁਰੇ ਹਾਂ ਭਾਵੇਂ ਅਸੀਂ ਭਲੇ ਹਾਂ, ਪਰ ਅਸੀਂ ਤੇਰੇ ਹਾਂ। ਫਿਰ ਜਦੋਂ ਅਸੀਂ ਇਸ ਤਰ੍ਹਾਂ ਅਰਦਾਸ ਕਰਦੇ ਹਾਂ, ਫਿਰ ਸਾਡੇ ਵਿੱਚੋਂ ਆਪਾ ਭਾਵ ਮੁੱਕ ਜਾਂਦਾ ਹੈ। ਫਿਰ ਮੇਰਾ ਮੁਝ ਮੇਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਦੇ ਕਿਆ ਲਾਗੇ ਮੇਰਾ। ਬਾਕੀ ਵਿਚਾਰ ਕੱਲ੍ਹ ਵਿਚਾਰਨ ਦਾ ਯਤਨ ਕਰਾਂਗੇ। ਸਮੂਹ ਸੰਗਤ ਦਾ ਧੰਨਵਾਦ, ਕੋਟਾਨ ਕੋਟ ਸ਼ੁਕਰ ਸ੍ਰੀ ਗੁਰੂ ਗ੍ਰੰਥ ਪਾਤਸ਼ਾਹੀ ਦਾ। ਭੁੱਲਾਂ ਨਾ ਚਿਤਾਰਨੀਆਂ, ਫਤਿਹ ਦਾ ਆਵਾਜ਼ਾਂ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।